ਅੱਜ ਦੂਸਰੇ ਦਿਨ ਸਿਪਾਹੀ ਲੈਣ ਵਾਸਤੇ ਆ ਗਏ ਸਾਹਿਬਜ਼ਾਦਿਆਂ ਨੂੰ। ਪਹਿਲੇ ਦਿਨ ਜਾ ਕੇ ਵਾਪਸ ਜਦੋਂ ਆਏ ਸੀ, ਭਾਈ ਦੁਨਾ ਸਿੰਘ ਜੀ ਹੰਡੂਰੀਆ ਦੀ ਲਿਖਤ ਦੇ ਮੁਤਾਬਕ ਸਾਹਿਬਜ਼ਾਦਿਆਂ ਨੂੰ ਸਿਰਫ ਲਾਲਚ ਜਾਂ ਡਰ ਹੀ ਨਹੀਂ ਦਿੱਤਾ ਗਿਆ, ਉਹਨਾਂ ਨੂੰ ਤੂਤ ਦੀਆਂ ਸ਼ਮਕਾਂ ਨਾਲ ਕੁੱਟਿਆ ਗਿਆ। ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਕੋਮਲ ਉਂਗਲਾਂ ਦੇ ਵਿੱਚ ਪਲੀਤੇ ਬੰਨ੍ਹ ਕੇ ਅੱਗ ਲਾ ਕੇ ਉਂਗਲਾਂ ਸੇਕੀਆਂ ਗਈਆਂ। ਉਹਨਾਂ ਨੂੰ ਪਿੱਪਲ ਦੇ ਥੱਲੇ ਖੜਾ ਕੇ ਗੁਲੇਲਾਂ ਮਾਰੀਆਂ ਗਈਆਂ। ਤੇ ਮਾਤਾ ਗੁਜਰ ਕੌਰ ਜੀ ਕੋਲ ਕੋਈ ਦਵਾਈ ਨਹੀਂ, ਕੋਈ ਮਲਮ ਨਹੀਂ। ਕਿ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਕੋਮਲ ਸਰੀਰਾਂ ਦੇ ਉੱਤੇ ਦਵਾਈ ਲਾਈ ਜਾਏ। ਅੱਜ ਸਾਹਿਬਜ਼ਾਦੇ ਦੂਸਰੀ ਰਾਤ ਦੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਆ, ਸਿਮਰਨ ਕਰਦੇ ਆ। ਸਿਪਾਹੀ ਆਏ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਲਾਲਾਂ ਦੇ ਮੱਥੇ ਚੁੰਮ ਕੇ ਉਹਨਾਂ ਨੂੰ ਸਿਪਾਹੀਆਂ ਦੇ ਨਾਲ ਤੋਰਿਆ। ਅੱਜ ਸੂਬੇ ਦੀ ਕਚਹਿਰੀ ਵਿੱਚ ਕੁਝ ਅਨੋਖਾ ਹੋਇਆ ਹੈ। ਅੱਜ ਵੱਡਾ ਦਰਵਾਜ਼ਾ ਬੰਦ ਹੈ, ਛੋਟੀ ਖਿੜਕੀ ਖੁੱਲੀ ਹੈ। ਦੇਖੋ ਸਾਹਿਬਜ਼ਾਦਿਆਂ ਦੀ ਦੂਰ ਅੰਦੇਸ਼ੀ, ਉਹਨਾਂ ਨੂੰ ਬਾਬੇ ਕਿਉਂ ਆਖਿਆ ਜਾਂਦਾ ਹੈ? ਉਹਨਾਂ ਦੀ ਉਮਰ ਨਿਆਣੀ ਹੈ, ਪਰ ਉਹਨਾਂ ਦੀ ਦੂਰ ਅੰਦੇਸ਼ੀ ਬਜ਼ੁਰਗਾਂ ਵਾਲੀ, ਬਾਬਿਆਂ ਵਾਲੀ। ਛੋਟੀ ਤਾਕੀ ਵਿੱਚੋਂ ਲੰਘਣਾ ਹੈ, ਪਰ ਵੱਡੀ ਸੋਚ ਦੇ ਮਾਲਕਾਂ ਨੇ ਆਪਣੀ ਜੁੱਤੀ, ਆਪਣੇ ਚਰਨ, ਆਪਣੇ ਕਦਮ ਉਸ ਤਾਕੀ ਵਿੱਚੋਂ ਪਹਿਲਾਂ ਕਚਹਿਰੀ ਦੇ ਅੰਦਰ ਧਰੇ ਨੇ। ਆਪਣਾ ਸੀਸ ਨਹੀਂ ਝੁਕਾਇਆ, ਆਪਣੀ ਦਸਤਾਰ ਨੀਵੀਂ ਨਹੀਂ ਕੀਤੀ, ਕਿਉਂਕਿ ਦਸਤਾਰ ਦਸ਼ਮੇਸ਼ ਪਿਤਾ ਨੇ ਬਖਸ਼ੀ ਹੈ। ਜੇ ਦਸਤਾਰ ਨਾ ਸਾਂਭੀ ਗਈ, ਜੇ ਦਸਤਾਰ ਨੀਵੀਂ ਕਰ ਦਿੱਤੀ, ਬਾਤ ਨਹੀਂ ਠੀਕ। ਅੰਦਰ ਪ੍ਰਵੇਸ਼ ਕੀਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇੱਕ ਦੂਜੇ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਵਰਤ ਗਈ, ਚੁੱਪ ਛਾ ਗਈ, ਕਿਉਂਕਿ ਸੱਚ ਗਰਜਿਆ ਹੈ, ਸੱਚ ਬੋਲਿਆ ਹੈ। ਜਿੱਥੇ ਸੱਚ ਬੋਲਦਾ ਹੈ ਉੱਥੇ ਝੂਠ ਦੀ ਨੀਵੀਂ ਪੈ ਜਾਂਦੀ ਹੈ। ਆਮ ਕਹਾਵਤ ਆਪਾਂ ਕਹਿੰਦੇ ਆ ਨਾ, ਦਿਲ ਵਿੱਚ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ। ਤਿੰਨ ਚੀਜ਼ਾਂ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਗੁਰਮਖੋ।
ਦੁਨੀਆ ਦੇ ਲੋਕ ਦੁਨੀਆ ਦੀ ਭੀੜ ਨੂੰ ਦੇਖ ਕੇ ਆਪਣੀ ਬੋਲੀ ਛੱਡ ਜਾਂਦੇ ਨੇ। ਚਲੋ ਇੱਥੇ ਇਦਾਂ ਦੇ ਬਹੁਤੇ ਲੋਕ ਨੇ, ਇੱਥੇ ਕੀ ਫਤਿਹ ਬੁਲਾਣੀ ਹੈ, ਆਪਣਾ ਢੰਗ ਬਦਲ ਦਿਓ, ਕੰਮ ਚਲਾਓ ਆਪਣਾ। ਜਿੱਥੇ ਆਪਣਾ ਕੋਈ ਨਾ ਹੋਵੇ, ਸਾਰੇ ਹੀ ਬੇਗਾਨੇ ਹੋਣ, ਉੱਥੇ ਵੀ ਪੈਰ ਥਿੜਕ ਜਾਂਦੇ ਨੇ। ਤੇ ਜਿੱਥੇ ਆਪਣੇ ਤੋਂ ਵੱਡੇ ਹੋਣ, ਉੱਥੇ ਵੀ ਬਿਰਤੀ ਚੇਂਜ ਹੋ ਜਾਂਦੀ ਹੈ। ਪਰ ਸਾਹਿਬਜ਼ਾਦਿਆਂ ਦੇ ਅੰਦਰ ਨਿਰੋਲ ਸੱਚ ਹੈ, ਤੇ ਸੱਚ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਫਤਿਹ ਬੁਲਾਈ ਸਾਹਿਬਜ਼ਾਦੇ। ਉੱਥੇ ਫਿਰ ਲਾਲਾ ਨੂੰ ਆਖਿਆ ਗਿਆ, ਗੁਰੂ ਕੀ ਲਾਲੋ ਸਲਾਮ ਦੁਆ ਕਰੋ। ਤੁਹਾਨੂੰ ਪਤਾ ਹੈ, ਕੱਲ ਵੀ ਤੁਹਾਨੂੰ ਦੱਸਿਆ ਸੀ, ਤੁਹਾਡਾ ਪਿਤਾ ਮਾਰਿਆ ਜਾ ਚੁੱਕਾ ਹੈ, ਤੁਹਾਡੇ ਭਾਈ ਮਾਰ ਦਿੱਤੇ ਨੇ, ਤੁਹਾਡੀ ਆਨੰਦਪੁਰੀ ਤੁਹਾਡੇ ਕੋਲ ਨਹੀਂ ਰਹੀ, ਕੁਝ ਵੀ ਤੁਹਾਡੇ ਕੋਲ ਨਹੀਂ ਰਿਹਾ। ਸਲਾਮ ਕਰੋ ਸੂਬੇ ਨੂੰ ਤੇ ਦੀਨ ਇਸਲਾਮ ਨੂੰ ਕਬੂਲ ਕਰ ਲਵੋ। ਤੁਹਾਨੂੰ ਰਾਜ ਭਾਗ, ਨੌਕਰ ਚਾਕਰ, ਐਸ਼ੋ ਇਸ਼ਰਤ ਸਭ ਕੁਝ ਦਿੱਤਾ ਜਾਏਗਾ। ਪਰ ਸਾਹਿਬਜ਼ਾਦੇ ਕੌਣ ਨੇ? ਇਹ ਪਹਿਰਾ ਅਰਦਾਸ ਦਾ ਆਪਾਂ ਸਾਰੇ ਰੋਜ਼ ਸੁਣਦੇ ਹਾਂ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਇਹਨਾਂ ਦੇ ਵਿੱਚ ਸਾਹਿਬਜ਼ਾਦੇ ਵੀ ਨੇ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਤਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅੱਗੇ ਕੀ ਬਚਨ ਆਇਆ? ਧਰਮ ਨਹੀਂ ਹਾਰਿਆ। ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨਹੀਂ ਹਾਰਿਆ। ਅੱਜ ਦਾ ਸਿੱਖ ਆਪਣਾ ਧਰਮ ਹਾਰ ਗਿਆ। ਆਪਾਂ ਧਰਮ ਹਾਰ ਚੁੱਕੇ ਹਾਂ ਗੁਰਮੁਖੋ। ਆਪਾਂ ਬਹੁਤ ਕੁਝ ਇਕੱਠਾ ਕਰ ਲਿਆ, ਪਰ ਧਰਮ ਨਹੀਂ ਬਚਾ ਸਕੇ। ਆਪਾਂ ਆਪਣੇ ਬੱਚਿਆਂ ਦੀਆਂ ਦਸਤਾਰਾਂ ਗਵਾ ਦਿੱਤੀਆਂ, ਕੇਸ ਨਾ ਸਾਂਭੇ ਗਏ ਸਾਡੇ ਤੋਂ, ਜੋੜੇ ਨਾ ਸਾਂਭੇ ਗਏ, ਗੁਰਮੁਖੀ ਬੋਲੀ ਨਾ ਸਾਂਭੀ ਗਈ ਸਾਡੇ ਤੋਂ। ਕੂੜ ਕਬਾੜ ਬਹੁਤ ਇਕੱਠਾ ਕਰ ਲਿਆ ਆਪਾਂ। ਕਰੋੜਾਂ ਰੁਪਏ ਵਿਆਹ ਸ਼ਾਦੀਆਂ ਵਿੱਚ ਖਰਚ ਕਰਨੇ, ਧੀਆਂ ਭੈਣਾਂ ਦੇ ਨਾਲ ਬਜ਼ੁਰਗ ਬੰਦਿਆਂ ਦਾ ਨੱਚਣਾ, ਇਹ ਧਰਮ ਹਾਰਨ ਦੀਆਂ ਨਿਸ਼ਾਨੀਆਂ ਨੇ। ਹਾਰ ਚੁੱਕੇ ਹਾਂ ਆਪਾਂ। ਨਿਰੋਲਤਾ ਗਵਾ ਚੁੱਕੇ ਹਾਂ ਆਪਾਂ, ਨਿਰਮਲਤਾ ਗਵਾ ਚੁੱਕੇ ਹਾਂ, ਨਿਆਰਾਪਣ ਗਵਾ ਚੁੱਕੇ ਹਾਂ। ਧਰਮ ਨਹੀਂ ਹਾਰਿਆ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਸੂਬਿਆ ਸਾਡੇ ਪਿਤਾ ਨੂੰ ਮਾਰਨ ਵਾਲਾ ਕੋਈ ਨਹੀਂ ਜੰਮਿਆ। ਸਾਡੇ ਭਾਈ ਸ਼ਹੀਦ ਹੋਏ ਨੇ, ਮਰੇ ਨਹੀਂ। ਤੂੰ ਜੋ ਮਰਜ਼ੀ ਕਰ, ਸਾਡੇ ਸਿਰ ਦੇ ਉੱਤੇ ਸਾਡੇ ਗੁਰੂ ਪਿਤਾ ਦਾ ਹੱਥ ਹੈ। ਇੱਥੇ ਇਤਿਹਾਸ ਦੇ ਤਵਾਰੀਖ ਦੇ ਪੰਨੇ ਇਹ ਕਹਿੰਦੇ ਨੇ, ਜਿਸ ਤਰ੍ਹਾਂ ਬੱਚਿਆਂ ਨੂੰ ਆਪਾਂ ਕੋਈ ਕੰਮ ਕਰਾਉਣਾ ਹੋਵੇ ਤੇ ਮਿੱਠੀਆਂ ਗੱਲਾਂ ਸੁਣਾਉਣੇ, ਲਾਲਚ ਦਿੰਨੇ ਆ। ਕਹਿੰਦੇ ਕਚਹਿਰੀ ਦੇ ਨਾਲ ਹੀ ਨਾ ਉਹਨਾਂ ਨੇ ਕੁਝ ਦੁਕਾਨਾਂ ਲਗਵਾ ਦਿੱਤੀਆਂ, ਜਿੱਥੇ ਸੋਹਣੇ ਸੋਹਣੇ ਕੱਪੜੇ ਨੇ,
ਮਠਿਆਈਆਂ ਨੇ, ਟੌਫੀਆਂ ਨੇ, ਤੇ ਨਾਲ ਇੱਕ ਸ਼ਸਤਰਾਂ ਦੀ ਦੁਕਾਨ ਵੀ ਲਾ ਦਿੱਤੀ। ਸਾਹਿਬਜ਼ਾਦੇ ਨਾ ਕੱਪੜਿਆਂ ਕੋਲ ਰੁਕੇ, ਨਾ ਮਠਿਆਈਆਂ ਕੋਲ ਰੁਕੇ, ਨਾ ਖਿਡੌਣਿਆਂ ਨਾਲ ਖੇਡੇ, ਸਿੱਧਾ ਸ਼ਸਤਰਾਂ ਦੀ ਲੱਗੀ ਹੋਈ ਦੁਕਾਨ ਤੇ ਜਾ ਕੇ ਇੱਕ ਨੇ ਸ੍ਰੀ ਸਾਹਿਬ ਚੁੱਕ ਲਈ, ਇੱਕ ਨੇ ਨੇਜਾ ਚੁੱਕ ਲਿਆ। ਕਿਉਂਕਿ ਗੁਰੂ ਪਿਤਾ ਜੀ ਕਹਿੰਦੇ ਨੇ, ਤੂੰ ਹੀ ਨਿਸ਼ਾਨੀ ਜੀਤ ਕੀ, ਆਜ ਤੂੰ ਹੀ ਜਗਬੀਰ। ਸਵਾਲ ਜਵਾਬ ਹੋਏ, ਪਰ ਸਾਹਿਬਜ਼ਾਦੇ ਅਡੋਲ ਅਵਸਥਾ ਵਿੱਚ ਅੱਜ ਫੇਰ ਮਾਤਾ ਗੁਜਰ ਕੌਰ ਜੀ ਕੋਲ ਵਾਪਸ ਆ ਗਏ। ਅੱਜ ਦੀ ਰਾਤ ਆਖਰੀ ਰਾਤ ਹੈ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਇਕੱਠਿਆਂ, ਜਿਹੜੀ ਰਾਤ ਆ ਰਹੀ ਹੈ। ਕੱਲ ਨੂੰ ਸ਼ਹੀਦੀ ਦਿਹਾੜਾ ਹੈ। ਧੰਨ ਮਾਤਾ ਗੁਜਰ ਕੌਰ ਜੀ ਨੇ ਜਿਵੇਂ ਕਿਵੇਂ ਰਾਤ ਗੁਜ਼ਾਰੀ। ਡਾਕਟਰ ਗੰਡਾ ਸਿੰਘ ਜੀ ਲਿਖਦੇ ਨੇ, ਕਹਿੰਦੇ ਸਾਹਿਬਜ਼ਾਦਿਆਂ ਦੇ ਠੰਡ ਦੇ ਨਾਲ ਬੁੱਲ ਨੀਲੇ ਹੋ ਗਏ ਸਨ। ਠੋਡੀਆਂ ਉਹਨਾਂ ਦੀਆਂ ਨੀਲੀਆਂ ਹੋ ਚੁੱਕੀਆਂ ਨੇ, ਨੱਕ ਉਹਨਾਂ ਦਾ ਠੰਡ ਨਾਲ ਲਾਲ ਸੁਰਖ ਹੋ ਚੁੱਕਾ। ਤੇ ਰਾਤ ਨੂੰ ਤਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾ ਤਾਈਂ ਦੁੱਧ ਪਿਲਾਇਆ। ਧੰਨ ਬਾਬਾ ਮੋਤੀ ਰਾਮ ਜੀ ਨੇ ਦੁੱਧ ਛਕਾਉਣ ਦੀ ਸੇਵਾ ਕੀਤੀ। ਰਾਤ ਗੁਜਰੀ। ਅੱਜ ਮਾਤਾ ਗੁਜਰ ਕੌਰ ਜੀ ਨੇ, ਇਤਿਹਾਸਕਾਰ ਕਹਿੰਦੇ ਆ, ਕਹਿੰਦੇ 2 ਚੋਲੇ ਨੀਲੇ ਰੰਗ ਦੇ ਛੋਟੇ ਛੋਟੇ ਸਵਾ ਕੇ ਆਪਣੇ ਤਨ ਦੇ ਨਾਲ ਸਾਂਭ ਕੇ ਰੱਖੇ ਹੋਏ ਸੀ ਮਾਤਾ ਗੁਜਰ ਕੌਰ ਜੀ ਨੇ। ਤੇ ਅੱਜ ਅੰਮ੍ਰਿਤ ਵੇਲੇ ਸਾਹਿਬਜ਼ਾਦਿਆਂ ਨੂੰ ਆਵਾਜ਼ ਦੇ ਕੇ ਉਠਾਇਆ। ਨੀਲੇ ਰੰਗ ਦੇ ਚੋਲੇ ਪਹਿਨਾਏ, ਕਲਗੀਆਂ ਸਜਾਈਆਂ, ਮੁਖ ਧੋਤੇ, ਮੁਖ ਚੁੰਮੇ, ਗਲਵਕੜੀ ਪਾਈ, ਛੋਟੇ ਛੋਟੇ ਦਮਾਲੇ ਸਜੇ ਹੋਏ ਸੀਸ ਦੇ ਉੱਤੇ ਹੱਥ ਫੇਰਿਆ ਮਾਤਾ ਗੁਜਰ ਕੌਰ ਜੀ ਨੇ। ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਤੁਰ ਪਏ। ਗਿਆਨੀ ਸੋਹਣ ਸਿੰਘ ਜੀ ਸੀਤਲ ਹੋਰਾਂ ਨੇ ਇੱਥੇ ਇੱਕ ਵੱਖਰਾ ਰੰਗ ਭਰਿਆ ਹੈ। ਤੁਰ ਪਏ ਦੋਨੋਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਉਡੀਕਾਂਗੇ ਅਸੀਂ ਅੰਮੀਏ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਕਿਤੇ ਔਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤੇ ਰੁੱਸ ਜੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਝੋਂ ਅੰਮੀਏ ਸੱਚਖੰਡ ਨਹੀਂ ਪਾਉਣਾ, ਤੇਰੇ ਬਾਝੋਂ ਲੋਰੀਆਂ ਦੇ ਕਿੰਨੇ ਸਵਾਉਣਾ। ਤੇ ਮਾਤਾ ਗੁਜਰ ਕੌਰ ਜੀ ਜਵਾਬ ਦਿੰਦੇ ਨੇ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਉੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਉੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮੈਂ ਤੋਰ ਕੇ ਘਰ ਦੀਆਂ ਰੌਣਕਾਂ ਸੱਚਖੰਡ ਵਸਾਵਾਂ, ਪੁੱਤਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਵਾਂ। ਸਾਹਿਬਜ਼ਾਦੇ ਕਚਹਿਰੀ ਵਿੱਚ ਗਏ। ਅੱਜ ਫੇਰ
ਖੁੱਲੇ ਮੈਦਾਨ ਵਿੱਚ ਤਿਆਰੀ ਕੀਤੀ ਗਈ। ਹਜੂਮ ਜੁੜ ਗਿਆ। ਅੱਜ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਵੀ ਵਿੱਚ ਬੈਠਾ, ਵੱਡੇ ਵੱਡੇ ਆਫੀਸਰ ਬੈਠੇ ਨੇ, ਕਾਜੀ ਮਲਾਣੇ ਬੈਠੇ ਨੇ। ਫਤਵਾ ਲੱਗ ਚੁੱਕਾ ਹੈ, ਇਹ ਹਕੂਮਤ ਦੇ ਬਾਗੀ ਨੇ, ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਤੇ ਕਾਜੀ ਕਹਿੰਦਾ ਮੌਤ ਇਦਾਂ ਦੀ ਹੋਣੀ ਚਾਹੀਦੀ ਹੈ, ਇਹਨਾਂ ਦੀ ਰੱਤ ਦਾ ਇੱਕ ਵੀ ਤੁਬਕਾ ਜ਼ਮੀਨ ਤੇ ਡਿੱਗਣਾ ਨਹੀਂ ਚਾਹੀਦਾ। ਮਿਸਤਰੀ ਤਿਆਰ ਨੇ, ਜਲਾਦ ਤਿਆਰ ਹੈ। ਇਹ ਸਾਹਿਬਜ਼ਾਦੇ ਨੀਆਂ ਵਿੱਚ ਖੜਨ ਲੱਗੇ ਨੇ। ਜੈ ਜੈ ਰੱਖੈ ਆਪ ਤੈ ਜਾਏ ਖੜੋਬਣਾ। ਆਖਰੀ ਵਾਰ ਪੁੱਛਿਆ ਗਿਆ ਹੈ, ਗੁਰੂ ਕੇ ਲਾਲੋ ਅਜੇ ਵੇਲਾ ਹੈ, ਸੰਭਲ ਜਾਓ, ਤੁਹਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਸਾਰੀ ਜ਼ਿੰਦਗੀ ਤੁਹਾਡੇ ਸਾਹਮਣੇ। ਦੀਨ ਇਸਲਾਮ ਕਬੂਲ ਕਰ ਲਵੋ, ਸਭ ਕੁਝ ਤੁਹਾਡੇ ਪੈਰਾਂ 'ਚ ਰੱਖ ਦਿਆਂਗੇ। ਪਰ ਸਾਹਿਬਜ਼ਾਦੇ ਅਡੋਲ ਨੇ। ਆਪ ਚੱਲਦੇ ਹੋਏ ਉਸ ਥਾਂ ਤੇ ਖੜ ਗਏ ਜਿੱਥੇ ਦੀਵਾਰ ਦੀ ਚਣਾਈ ਕੀਤੀ ਜਾਣੀ। ਕੰਧ ਉਸਰਨੀ ਸ਼ੁਰੂ ਹੋ ਗਈ। ਹੌਲੀ ਹੌਲੀ ਗੋਡਿਆਂ ਤੱਕ ਕੰਧ ਆਈ। ਹੌਲੀ ਹੌਲੀ ਕੰਧ ਜਦੋਂ ਠੋਡੀਆਂ ਤੱਕ ਆ ਗਈ ਨਾ, ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਵੱਲ ਦੇਖਦੇ ਨੇ। ਬਾਬਾ ਫਤਿਹ ਸਿੰਘ ਜੀ ਪੁੱਛਦੇ, ਵੀਰਨਾ ਕੀ ਦੇਖਦਾ ਹੈ? ਸਵਾਲੀਆ ਨਿਗਾਹ ਨਾਲ ਦੇਖ ਰਿਹਾ। ਤੇ ਕਹਿਣ ਲੱਗੇ, ਵੀਰਾ ਤੂੰ ਆਇਆ ਤੇ ਮੇਰੇ ਤੋਂ ਬਾਅਦ ਵਿੱਚ ਹੈ। ਪਹਿਲਾਂ ਮੇਰਾ ਜਨਮ ਹੋਇਆ ਤੇ ਚੱਲਿਆ ਮੇਰੇ ਤੋਂ ਪਹਿਲਾਂ, ਕਿਉਂਕਿ ਕੱਦ ਛੋਟਾ ਸੀ ਬਾਬਾ ਫਤਿਹ ਸਿੰਘ ਜੀ ਦਾ। ਕੰਧ ਛੇਤੀ ਪਹੁੰਚ ਗਈ ਉਹਦੀ ਠੋਡੀ ਤੱਕ। ਆਇਆ ਬਾਅਦ ਵਿੱਚ ਸੀ, ਚੱਲਿਆ ਪਹਿਲਾਂ। ਬਾਬਾ ਫਤਿਹ ਸਿੰਘ ਜੀ ਕਹਿੰਦੇ, ਵੀਰ ਫਿਕਰ ਨਾ ਕਰ, ਤੂੰ ਇਹੀ ਚਾਹੁੰਦਾ ਨਾ ਕਿ ਤੂੰ ਦਾਦੇ ਕੋਲ ਮੇਰੇ ਤੋਂ ਪਹਿਲਾਂ ਚਲੇ ਜਾ, ਪਹਿਲਾਂ ਜਾਣਾ ਚਾਹੁੰਦਾ। ਇਸ ਤਰ੍ਹਾਂ ਦੀ ਗੁਫ਼ਤਗੂ ਹੋਈ। ਕੰਧ ਚਿਹਰਿਆਂ ਨੂੰ ਢਕਣ ਲੱਗੀ, ਦਿਲਾਂ ਦੀ ਧੜਕਣ ਥੰਮ ਗਈ, ਸਵਾਸ ਰੁਕ ਗਏ। ਸਾਹਿਬਜ਼ਾਦੇ ਬੇਹੋਸ਼ੀ ਦੇ ਆਲਮ ਵਿੱਚ ਚਲੇ ਗਏ। ਦੀਵਾਰ ਫਟੀ, ਧਰਤੀ ਤੇ ਡਿੱਗੇ। ਇਤਿਹਾਸ ਕਹਿੰਦਾ ਫਿਰ ਸ਼ਾਸਲ ਬੇਗ ਤੇ ਬਾਸ਼ਲ ਬੇਗ, ਸਮਾਣੇ ਦੇ ਰਹਿਣ ਵਾਲੇ ਸ਼ਾਹੀ ਜਲਾਦਾਂ ਨੇ ਸਾਹਿਬਜ਼ਾਦਿਆਂ ਦੀ ਹਿੱਕ ਤੇ ਬਹਿ ਕੇ ਉਹਨਾਂ ਨੂੰ ਜਿਬਾ ਕੀਤਾ ਹੈ। ਪਹਿਲਾਂ ਦਾਸ ਵੀ ਜਦੋਂ ਪੜ੍ਹਦਾ ਸੀ ਤੇ ਇਹ ਪੜ੍ਹਿਆ ਜਾਂਦਾ ਸੀ ਕਿ ਉਹਨਾਂ ਦੀ ਸ਼ਾਹ ਰਗ ਕੱਟੀ ਗਈ, ਗਰਦਨ ਤੋਂ ਉਹਨਾਂ ਨੂੰ ਕੱਟਿਆ ਗਿਆ। ਪਰ ਜਦੋਂ ਜੀਵਾ ਕਰਨ ਦੇ ਅਰਥ ਪੜ੍ਹੇ, ਜੀਵਾ ਕਰਨ ਦਾ ਅਰਥ ਇਹ ਹੁੰਦਾ ਹੈ ਛਾਤੀ ਨੂੰ ਚਾਕ ਕਰਨਾ, ਛਾਤੀ ਪਾੜਨੀ। ਜਿਵੇਂ ਡਾਕਟਰ ਪੋਸਟਮਾਰਟਮ ਕਰਦੇ ਨਾ, ਸਾਹਿਬਜ਼ਾਦਿਆਂ ਨੂੰ ਜੀਵਾ ਕੀਤਾ। ਤੇ ਬਚਨ ਪੂਰੇ ਕਰਤੇ ਬਾਬਾ ਫਤਿਹ ਸਿੰਘ ਜੀ ਨੇ। ਬਾਬਾ ਜੋਰਾਵਰ ਸਿੰਘ ਜੀ ਲਗਭਗ 2 ਮਿੰਟ ਦਾ ਸਮਾਂ ਉਹਨਾਂ ਨੂੰ ਲੱਗਿਆ, ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਫਤਿਹ ਸਿੰਘ ਜੀ 12 ਮਿੰਟ ਤੱਕ ਇੱਕ ਘੜੀ ਉਹਨਾਂ ਦੇ ਚਰਨ ਹਿੱਲਦੇ ਰਹੇ। ਬਾਅਦ ਚ ਆਇਆ, ਵੀਰਾ ਮੈਂ ਤੇਰੇ ਪਿੱਛੇ ਆਵਾਂਗਾ, ਮੈਂ ਤੇਰੇ ਅੱਗੇ ਲੱਗ ਕੇ ਨਹੀਂ ਜਾਣਾ। 12 ਮਿੰਟ ਚਰਨ ਹਿਲਾਉਂਦੇ ਰਹੇ।
ਧੰਨ ਮਾਤਾ ਗੁਜਰ ਕੌਰ ਜੀ ਨੂੰ ਖਬਰ ਮਿਲੀ। ਦੋਨੋਂ ਚੰਦ ਛਿਪ ਗਏ। ਮਾਤਾ ਗੁਜਰ ਕੌਰ ਜੀ ਨੇ ਚੌਂਕੜਾ ਲਾਇਆ। सूरज किरण मिले जल का जल हुआ राम, ज्योति ज्योत रली संपूर्ण किया राम। ब्रह्म विच लीन हो गए, अभेद हो गए। पता लग गया दीवान टोडरमल नूं, गुरु का सेवक पहुंच गया। हथ जोड़ के आग्या मंगी, मैं साहिबजादियां दा माता गुजरी दा संस्कार करना चाहना। हुण सरकार नूं ते माया चाहीदी सी, पैसा इन्हां नूं सब तो प्यारा हुंदा। कहंदे जगह मिलेगी पर सरहंद दी जूह तो बाहर। इह घुमन दे बागी ने, सरहंद दी जूह विच नहीं। जगह मिल जाएगी पर सोना बिछा के मिलेगी। दीवान टोडरमल जी कहन लगे, सूबिया सोना बिछा के मैं जगह ले लवांगा, क्योंकि एक गुरु के लाल सोने वर्गे ने। गुरु पारसा मलो मिल कंचन होया राम। मोरा खड़ियां करके जगह लई। कहंदे साहिबजादियां नूं मोढा देण वाला भी कोई नहीं। एक दीवान टोडरमल ते एक उहदा नौकर, दोनों जणियां ने रल के ज्योति सरूप वाले पावन स्थान ते माता गुजर कौर जी ते साहिबजादियां दा अंतिम संस्कार किया। ज्योति स्वरूप बन गया। ते सच जानियो, जिन्नी देर तक इस धरती ते ज्योति स्वरूप है, सिख कौम चानण विच रहेगी, क्योंकि जोत उत्थे जग रही है ना। उस जोत दा प्रकाश है जिहदे करके साडे घरां च चानण है। ते जिन्नी देर तक इस धरती ते ज्योति स्वरूप है, साडी कौम नूं कोई खत्म नहीं कर सकता, कोई नहीं मार सकता। साहिबजादियां ने इस कौम दीयां नीहां विच अपनियां हड्डियां, अपनी चरबी ढाल के पा दिती। आओ गुरमुखो, साहिबजादियां नूं चेते करदे आं, बड़ा प्यार करदे आं आपां सारे। साडा सब कुछ ने हो, पर कुछ गंभीर होके विचारन की लोड़ है, समझन की लोड़ है। बहुत सारे इशू साडे सामने ने, बहुत सारे मसले साडे सामने खड़े ने। साहिबजादियां ने अपनी शहादत दे के जो आदर्श सानू दिते, जो सिद्धांत दिते, जो पूरने पाए, उन्होंने समझ के उन्हां ते चलण दी लोड़ है। लंगर लाने, लंगर चलाने कोई माड़ी गल नहीं, लाओ, रज रज के चलाओ, पर नाल गुरु दे शब्द दा लंगर, जिहदे करके इतने वड्डे मरतबे साहिबजादियां नूं प्राप्त होए। वो भी छकन दी लोड़ है, उन्होंने भी वरतन की लोड़ है अपने जीवन में। गुरु पातशाह जी कृपा करन, बख्शिश करन, उन्होंने दे जीवन का कमाया होया जो सच्चा धन है, उसका कोई किनका साडे जीवन में फस जाए।